ਹੁਣ ਸਾਡੇ ਨਾਲ ਜੁੜ ਰਹੇ ਨੇ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਕਈ ਕਿਰਦਾਰਾਂ ਨੂੰ ਨਿਭਾਉਣ ਵਾਲੀ ਨੀਲੂ ਕੋਹਲੀ ਜੀ। ਅੱਜ ਫਿਲਮਾਂ ਵਿੱਚ ਮਹਿਲਾਵਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਨੇ ਅਤੇ ਚੁਣੌਤੀਆਂ ਦਰਪੇਸ਼ ਨੇ, ਇਸ ਬਾਰੇ ਗੱਲ ਹੋਏਗੀ ਨੀਲੂ ਕੋਹਲੀ ਜੀ ਨਾਲ। ਸੋ ਬਹੁਤ ਬਹੁਤ ਸਵਾਗਤ ਹੈ ਨੀਲੂ ਕੋਹਲੀ ਜੀ ਪ੍ਰੋਗਰਾਮ ਵੀ ਮੀਡੀਆ ਆਈਡੀਆਜ਼ ਫੋਰਮ ਵਿੱਚ। ਸ਼ਿਕਾਲ ਸ਼ੁਕਰੀਆ ਆਪਣਾ ਸਾਨੂੰ ਕੀਮਤੀ ਸਮਾਂ ਦੇਣ ਦੇ ਲਈ। ਔਰ ਤੁਹਾਡੇ ਨਾਲ ਅਸੀਂ ਗੱਲ ਕਰਾਂਗੇ ਵੂਮਨ ਇੰਪਾਵਰਮੈਂਟ ਦੀ, ਔਰ ਇਸ ਵਿਸ਼ੇ ਦੇ ਆਧਾਰ ਤੁਹਾਡੇ ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਕਿ ਜੇਕਰ ਅਸੀਂ ਫਿਲਮ ਇੰਡਸਟਰੀ ਦੀ ਗੱਲ ਕਰਦੇ ਹਾਂ ਤਾਂ ਹਮੇਸ਼ਾ ਇੱਕ ਸਵਾਲ ਉੱਠਦਾ ਹੈ ਕਿ ਕੁੜੀਆਂ ਨੂੰ ਕੰਪਰੋਮਾਈਜ਼ ਕਰਨਾ ਪਏਗਾ ਤਾਂ ਹੀ ਉਹਨਾਂ ਨੂੰ ਲੀਡ ਰੋਲਸ ਮਿਲਣਗੇ, ਇੱਕ ਚੰਗੇ ਰੋਲ ਮਿਲਣਗੇ। ਕਿੰਨੀ ਗੱਲ ਸੱਚਾਈ ਹੈ ਇਸ ਵਿੱਚ? Actually, at this point of time, I would like to very clearly state that film industry is no different from any industry. ਜਿੱਦਾਂ ਬਾਕੀ ਥਾਵਾਂ ਤੇ ਹੁੰਦਾ ਹੈ ਉਹੀ ਲੈਵਲ ਇੱਧਰ ਵੀ ਹੈ। ਇਟਸ ਜਸਟ ਦੈਟ ਕਿ ਇਹ ਲਾਈਨ ਜਿਹੜੀ ਹੈ ਸਾਡੀ, ਇਹ ਥੋੜੀ ਜਿਹੀ ਗਲੈਮਰਸ ਲਾਈਨ ਹੈ। ਇਟਸ people know about it. It's right there, out there for everybody to see. ਤੇ ਲੋਕੀ ਨੂੰ ਜ਼ਿਆਦਾ ਇਸ ਦੇ ਬਾਰੇ ਗੱਲ ਕਰਦੇ ਨੇ, ਪਰ ਇੱਥੇ ਵੀ ਉਹੀ ਲੈਵਲ ਆਫ ਵਰਕ ਹੈ, ਇੱਥੇ ਵੀ ਉਹੀ ਸਟੈਂਡਰਡਸ ਆਫ ਵਰਕ ਹੈ। ਐਵਰੀਥਿੰਗ ਇਜ਼ ਦ ਸੇਮ ਐਂਡ ਇੱਥੇ ਵੀ ਉਹੀ ਹਿਊਮਨ ਮੈਂਟੈਲਿਟੀ ਹੈ। ਤੇ ਜਿੱਥੇ ਹਿਊਮਨ ਮੈਂਟੈਲਿਟੀ ਇੱਕੋ ਜਿਹੀ ਹੋਗੀ ਉੱਥੇ ਕੰਪਰੋਮਾਈਜ਼ ਦੀ ਵੀ ਗੱਲ ਹੋਏਗੀ, ਉੱਥੇ ਕੈਰੈਕਟਰ ਅਸੈਸੀਨੇਸ਼ਨ ਦੀ ਵੀ ਗੱਲ ਹੋਏਗੀ, ਉੱਥੇ disparity of labor भी होएगा, disparity of status भी होएगा, सब कुछ होएगा on one end. On the other end, there is also lot of respect, lot of love, everything. ਤੁਸੀਂ ਜੋ ਵੀ ਬਾਹਰ ਤੁਹਾਨੂੰ ਦਿਖਦਾ ਹੈ ਉਹ ਇੱਧਰ ਵੀ ਹੈ। Exactly. ਇੱਥੇ ਇਹ ਮੈਂ ਜਾਣਨਾ ਚਾਹਾਂਗਾ ਕਿ ਜਦੋਂ ਗੱਲ ਆਉਂਦੀ ਹੈ ਕੰਪਰੋਮਾਈਜ਼, ਨੀਲੂ ਜੀ ਜਦੋਂ ਗੱਲ ਆਉਂਦੀ ਹੈ ਕੰਪਰੋਮਾਈਜ਼ ਤਾਂ ਇਹ ਵਰਡ ਦਾ ਇਸਤੇਮਾਲ ਕਿਉਂ ਕੀਤਾ ਜਾਂਦਾ ਸਪੈਸ਼ਲੀ ਮੀਡੀਆ ਵਿੱਚ? ਤਾਂ ਕਿ ਇਸ ਵਿੱਚ ਸ਼ੌਹਰਤ ਜ਼ਿਆਦਾ ਹੈ, ਇਸ ਵਿੱਚ ਫੇਸ ਵੈਲਿਊ ਬਹੁਤ ਜ਼ਿਆਦਾ ਮਿਲ ਜਾਂਦੀ ਹੈ, ਇਸ ਕਰਕੇ। ਬਸ bottom line. And also I don't totally blame it on people who are asking for compromise. There are people to do it. I mean, it's about values. ਤੁਸੀਂ ਕਿੱਦਾਂ ਦੇ values ਲੈ ਕੇ ਫਿਲਮ ਇੰਡਸਟਰੀ ਵਿੱਚ ਆਏ ਹੋ? I mean, I have known of girls and boys. ਅੱਜਕੱਲ ਤੇ compromise ਦੋਨਾਂ ਲਈ ਹੈ, ਕੀ boys ਤੇ ਕੀ girls, ਜੋ you know ਆਪਣਾ ਕੰਮ ਛੱਡ ਕੇ ਹੋਰ ਸਭ ਕੁਝ ਕਰਨ ਦੇ ਲਈ ਤਿਆਰ ਨੇ, and they don't have any comps. ਪਰ again, I will also tell you one thing ਕਿ ਇਹ ਜਿਹੜਾ ਹੈ ਨਾ, ਇਹ ਬਹੁਤ ਛੋਟੇ ਲੈਵਲ ਤੇ ਹੈ। Mostly, I've been in this line 21 years. ਕਦੇ ਕਿਸੇ ਦੀ ਹਿੰਮਤ ਕਿਉਂ ਨਹੀਂ ਪਈ? It's what you do. It's how you approach. और ਮੈਂ ਜੇ ਆਲੇ ਦੁਆਲੇ ਆਪਣੇ ਦੇਖਾ ਤੇ ਮੇਰੇ ਆਲੇ ਦੁਆਲੇ ਦੇ ਲੋਕਾਂ ਨਾਲ ਹੋਇਆ ਨਹੀਂ ਹੈ। So there is no basis to it in the sense ਕਿ ਅਸੀਂ ਵੀ ਇਹ ਖਬਰਾਂ ਸੁਣੀਆਂ ਨੇ, ਅਸੀਂ ਵੀ ਇਹ ਗੱਲਾਂ ਸੁਣੀਆਂ ਨੇ, ਜਿੱਦਾਂ ਤੁਸੀਂ ਸੁਣਦੇ ਪਏ ਹੋ ਅਸੀਂ ਉਦਾਂ ਹੀ ਸੁਣਦੇ ਪਏ ਹਾਂ। ਕੁਝ ਤੇ it's concocted. Of course it's happening. We can't turn a blind eye to it. But to what level ਇਹ ਕੋਈ ਨਹੀਂ ਕਹਿ ਸਕਦਾ। ਠੀਕ ਹੈ, ਅਸੀਂ 21ਵੀਂ ਸਦੀ ਵਿੱਚ ਇਸ ਸਮੇਂ I am no one to comment on it because ਅਸੀਂ ਇਸ ਸਮੇਂ 21ਵੀਂ ਸਦੀ ਵਿੱਚ ਹਾਂ, ਪਰ ਫਿਰ ਵੀ ਅਸੀਂ ਵੂਮਨ ਇੰਪਾਵਰਮੈਂਟ ਦੀ ਗੱਲ ਕਰ ਰਹੇ ਹਾਂ। ਤੁਹਾਨੂੰ ਲੱਗਦਾ ਨਹੀਂ ਹੈ ਕਿ ਵੱਖ-ਵੱਖ ਜਿਹੜੀਆਂ ਆਰਗੇਨਾਈਜੇਸ਼ਨਸ ਔਰਤਾਂ ਨੂੰ ਅੱਗੇ ਲਿਜਾਣ ਦੀਆਂ ਗੱਲਾਂ ਕਰਦੇ ਨੇ, ਉਹ ਸਿਰਫ ਇੱਕ ਖਾਸ ਦਾਇਰੇ ਵਿੱਚ ਹੀ ਸਿਮਟ ਕੇ ਰਹਿ ਜਾਂਦਾ ਹੈ? ਫਿਰ ਵੀ ਸਾਨੂੰ 21ਵੀਂ ਸਦੀ ਵਿੱਚ ਹੋ ਕੇ ਵੀ ਵੂਮਨ ਇੰਪਾਵਰਮੈਂਟ ਦੀ ਜੇਕਰ ਗੱਲ ਕਰਨੀ ਪੈ ਰਹੀ ਹੈ ਤਾਂ ਕਿਤੇ ਨਾ ਕਿਤੇ ਗਲਤੀਆਂ ਸਾਡੀਆਂ ਆਪਣੀਆਂ ਨੇ। I'm sorry, I couldn't get you.
ਤੁਹਾਡੀ ਆਵਾਜ਼ ਬਿਲਕੁਲ ਕਰੈਕਟ ਮੈਂ ਨੀਰੂ ਜੀ ਸਾਫ਼ ਤੌਰ ਤੇ ਪੁੱਛਣਾ ਚਾਹਾਂਗਾ ਸਮਝ ਕਿ ਨਹੀਂ ਆਈ ਅਸੀਂ ਤੁਹਾਡੀ ਗੱਲ। 21ਵੀਂ ਸਦੀ ਫਿਰ ਵਿੱਚ ਇਸ ਇੱਕ ਸਮੇਂ ਵਾਰ ਹੈਗੇ ਆ ਔਰ 21ਵੀਂ ਸਦੀ ਵਿੱਚ ਵੀ ਹੋ ਕੇ ਜੇਕਰ ਅਸੀਂ ਔਮਨ ਇੰਪਾਵਰਮੈਂਟ ਦੀ ਗੱਲ ਕਰਦੇ ਹਾਂ, ਔਰਤਾਂ ਨੂੰ ਅੱਗੇ ਲਿਜਾਣ ਦੀ ਗੱਲ ਕਰਦੇ ਹਾਂ, ਤਾਂ ਕਿਤੇ ਨਾ ਕਿਤੇ ਗਲਤੀਆਂ ਸਾਡੀਆਂ ਹੀ ਨੇ ਕਿ ਅਸੀਂ ਔਰਤਾਂ ਦੇ ਹੱਕ ਨੂੰ ਸਮਝ ਹੀ ਨਹੀਂ ਪਾਏ, ਉਹਨਾਂ ਨੂੰ ਹੱਕ ਨੂੰ ਅਸੀਂ ਦੇ ਹੀ ਨਹੀਂ ਪਾਏ ਔਰਤਾਂ ਨੂੰ। ਬਿਲਕੁਲ ਬਿਲਕੁਲ ਔਰ ਕਿਧਰੇ ਨਾ ਕਿਧਰੇ ਸਾਡਾ ਮਾਈਂਡਸੈਟ ਹੈ ਆਫ ਕੋਰਸ ਹੁਣ women empowerment is not just a word with us ਤੁਸੀਂ ਮੈਨੂੰ ਦੇਖ ਲਓ, ਮੈਂ ਇੱਕ ਮਾਂ ਵੀ ਹਾਂ, ਇੱਕ ਬੀਵੀ ਵੀ ਹਾਂ, ਇੱਕ ਬਹੂ ਵੀ ਹਾਂ, and I'm a working woman. ਮੇਰੀ mother, she's 81 now, she was this. It also depends on where you are from, how you're brought up, your thought process. My daughter is working, my daughter-in-law is working. I can talk from individual basis. वैसे ठीक है, 21वीं सेंचुरी है, but we have progressed a lot. तो लगता है कि जो इस समय औरतां ਨੂੰ ਹੱਕ ਮਿਲ ਰਿਹਾ, ਔਰਤਾਂ ਨੂੰ ਮੁਕਾਮ ਮਿਲ ਰਿਹਾ, ਉਹ ਕਾਫੀ ਹੈ। We are still a third world country, and I think we are doing very well for that. Awareness आ गई है। मेन ਗੱਲ ਹੁੰਦੀ ਹੈ ਜਦ ਅਵੇਅਰਨੈਸ ਆ ਜਾਂਦੀ ਹੈ ਨਾ, ਉਸ ਤੋਂ ਬਾਅਦ ਪ੍ਰੋਗਰੈਸ ਆਣੀ ਬਹੁਤ ਆਸਾਨ ਗੱਲ ਹੈ, ਕਿਉਂਕਿ ਇੱਕ ਜਦ ਤੁਹਾਡੇ ਅੰਦਰ ਅਵੇਅਰਨੈਸ ਆ ਜਾਂਦੀ ਹੈ, ਤੁਹਾਡੇ ਰਸਤੇ ਕੋਲ ਜਾਂਦੇ, ਤੁਹਾਡੀ ਕੀ ਕਹਿੰਦੇ ਥਾਟ ਪ੍ਰੋਸੈਸ ਚੇਂਜ ਹੋ ਜਾਂਦਾ ਹੈ, and this is like a repeating effect. ਇੱਕ ਤੋਂ ਦੂਸਰੇ ਤੋਂ ਤੀਸਰੇ ਤੋਂ ਚੌਥਾ, ਇਸ ਤਰ੍ਹਾਂ ਪਾਣੀ ਤੁਸੀਂ ਪੱਥਰ ਪਾਓ ਤੇ ਕਿਸ ਤਰ੍ਹਾਂ ਰਿਪਲਸ ਹੁੰਦੇ ਨੇ, ਤੇ ਹੁਣ ਛੋਟੇ ਗਰਾਵਾਂ ਵਿੱਚ ਵੀ ਤੁਸੀਂ ਦੇਖ ਰਹੇ ਹੋ, things have changed. I was shooting in Ropar for a film ਜੀ, ਔਰ ਉੱਥੇ ਦੇ ਲੋਕਾਂ ਨੂੰ ਮਿਲ ਕੇ ਮੈਨੂੰ ਬਹੁਤ ਅੱਛਾ ਲੱਗਿਆ। ਉਹਨਾਂ ਦੇ ਥਾਟ ਪ੍ਰੋਸੈਸ ਇਤਨੇ ਪ੍ਰੋਗਰੈਸਿਵ ਸਨ ਕਿ ਮੈਨੂੰ ਹੈਰਾਨੀ ਹੋ ਰਹੀ ਸੀ ਕਿ ਰੋਪੜ ਦੇ ਅੰਦਰ ਕੋਈ ਗਰਾਊਂਡ ਵਿੱਚ ਸ਼ੂਟ ਕਰ ਰਹੇ ਸੀ, ਉਹਨਾਂ ਦਾ ਥਾਟ ਪ੍ਰੋਸੈਸ, ਉਹਨਾਂ ਦੇ ਸੋਚਣ ਦਾ ਤਰੀਕਾ ਇਤਨਾ ਜ਼ਿਆਦਾ ਪ੍ਰੋਗਰੈਸਿਵ ਸੀ। I was very happy with the girls over there. ਕਾਫੀ ਲੋਕਾਂ ਨਾਲ, ਕਿਉਂਕਿ ਅਸੀਂ ਕਾਫੀ ਦਿਨ ਉੱਤੇ ਸ਼ੂਟ ਕਰ ਰਹੇ ਸੀ, ਤੇ ਜਿਹੜਾ ਲੋਕਲ ਕਰਾਊਡ ਉੱਥੇ ਸੀ ਜੋ ਆਂਦਾ ਹੁੰਦਾ ਸੀ, ਕੁਝ ਦੇ ਜੂਨੀਅਰ ਆਰਟਿਸਟ ਸਨ, ਕੁਝ ਵੈਸੇ ਹੀ ਉੱਥੇ ਦੇ ਲੋਕ, ਤੇ ਮੈਨੂੰ ਲੱਗਿਆ ਕਿ ਅਸੀਂ ਕਾਫੀ ਪ੍ਰੋਗਰੈਸ ਕਰ ਗਏ ਹਾਂ। ਠੀਕ ਹੈ, on a world's when you look at the world in totality, I just believe ਕਿ ਅਸੀਂ ਕਿੰਨਾ ਪ੍ਰੋਗਰੈਸ ਕਰ ਲਿਆ ਹੈ। ਹੁਣ ਉਸ ਲੈਵਲ ਤੇ ਅਸੀਂ ਕਿੰਨਾ ਪਿਛੜੇ ਹੋਏ ਆ ਇਸ ਚੀਜ਼ ਨੂੰ, ਮੈਨੂੰ ਲੱਗਦਾ ਹੈ ਉਸ ਨੈਗੇਟਿਵ ਐਸਪੈਕਟ ਨੂੰ ਟਾਰਗੇਟ ਕਰਨ ਦੀ ਕੋਈ ਲੋੜ ਹੀ ਨਹੀਂ ਹੈ, ਕਿਉਂਕਿ somewhere when you look at a negative side you have for your progress. ਠੀਕ ਹੈ, ਤੁਸੀਂ ਕਹਿ ਰਹੇ ਪ੍ਰੋਗਰੈਸ ਹੋ ਰਿਹਾ, ਠੀਕ ਹੈ, so why not? ਨੀਲੂ ਜੀ ਤੁਸੀਂ ਕਹਿ ਰਹੇ ਹੋ ਕਿ ਪ੍ਰੋਗਰੈਸ ਅਸੀਂ ਕਰ ਰਹੇ ਹਾਂ, ਬਹੁਤ ਚੰਗੀ ਗੱਲ ਹੈ ਜੇਕਰ ਤੁਸੀਂ ਮੰਨ ਰਹੇ ਹੋ ਤਾਂ, ਲੇਕਿਨ ਜੇਕਰ ਫਿਲਮ ਇੰਡਸਟਰੀ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੀਆਂ ਉੱਘੀਆਂ ਸ਼ਖਸੀਅਤਾਂ ਜਿਨ੍ਹਾਂ ਵਿੱਚ ਪ੍ਰਿਯੰਕਾ ਚੋਪੜਾ ਸ਼ਾਮਿਲ ਹੈ, ਦੀਪਿਕਾ ਪਾਦੂਕੋਣ ਸ਼ਾਮਿਲ ਹੈ, ਉਸ ਤਰ੍ਹਾਂ ਦੇ ਧੁਰੰਧਰ ਕਲਾਕਾਰ ਵੀ ਕਹਿ ਚੁੱਕੇ ਨੇ ਕਿ ਜਦੋਂ ਅਸੀਂ ਪੇਮੈਂਟ ਦੀ ਗੱਲ ਕਰਦੇ ਹਾਂ, ਇੱਕ ਪਿਕਚਰ ਦੀ ਬਜਟ ਦੀ ਗੱਲ ਕਰਦੇ ਹਾਂ, ਚਾਹੇ ਉਹ ਵੂਮਨ ਦੇ ਉੱਤੇ ਹੀ ਆਧਾਰਿਤ ਹੋਵੇ, ਲੇਕਿਨ ਇੱਕ ਜੋ ਸ਼ਾਹਰੁਖ ਖਾਨ ਨੂੰ ਮਿਲ ਰਿਹਾ ਉਹੀ ਦੀਪਿਕਾ ਪਾਦੂਕੋਣ ਨੂੰ ਮਿਲ ਰਿਹਾ ਤਾਂ ਨਹੀਂ, ਉਹ ਡਿਫਰੈਂਸ ਬਹੁਤ ਜ਼ਿਆਦਾ ਹੁੰਦਾ ਹੈ। ਅਜਿਹਾ ਕਿਉਂ? ਮੈਂ ਪੇਮੈਂਟ ਦੀ ਗੱਲ ਕਰ ਰਿਹਾ। ਅਗੇਨ ਹਾਂ, ਐਂਟਰਟੇਨਮੈਂਟ ਦੀ ਜੇ ਤੁਸੀਂ ਗੱਲ ਕਰੋ ਤੇ ਤੁਸੀਂ ਸਹੀ ਕਹਿ ਰਹੇ ਹੋ, ਪਰ ਹੁਣ ਦੇਖ ਲਓ ਤੁਸੀਂ ਵਿਦਿਆ ਬਾਲਨ ਨੂੰ ਦੇਖ ਲਓ, ਤੁਸੀਂ ਦੀਪਿਕਾ ਨੂੰ ਦੇਖ ਲਿਓ, ਜਿਹੜੀ ਉਹ ਫਿਲਮਾਂ ਬਣ ਰਹੀਆਂ। ਪਹਿਲੇ ਇੱਕ ਕਲੀਸ਼ੇਡ ਇੱਕ ਹੀਰੋ who's a superstar, who's a rock star, who's larger than life, who's a superhero, ਉਹ ਸਾਰੇ ਫਿਲਮਾਂ ਮਤਲਬ ਫਿਲਮ ਵਿੱਚ ਸਾਰੇ ਅੱਛੇ ਕੰਮ, ਸਾਰੇ ਗੁੰਡਿਆਂ ਨੂੰ ਮਾਰਨਾ, ਸਾਰਾ ਕੁਝ ਉਹੀ ਕਰਦਾ ਸੀ। ਇੱਕ ਹੀਰੋਇਨ ਸੀ ਜਿਹੜੀ ਡਾਂਸ ਕਰਦੀ ਹੁੰਦੀ ਸੀ, ਉਸਦੇ ਰੋਮਾਂਸ ਕਰਦੀ ਹੁੰਦੀ ਸੀ, ਤੇ ਥੋੜਾ ਬਹੁਤ ਕੰਟਰੋਵਰਸੀ ਜੇ ਵਿਆਹ ਵਾਸਤੇ, ਮਤਲਬ ਬੜਾ ਸਿੰਪਲ ਜਿਹਾ ਫਾਰਮੂਲਾ ਸੀ। ਨਾਓ ਵੀ ਆਰ ਮੇਕਿੰਗ ਆਊਟ ਆਫ ਦ ਬਾਕਸ ਫਿਲਮਸ, we are making films which do not require superheroes, we are making films which do not require heroes. There is heroine oriented films, there is character driven film, there is so much happening. So देख लो ना, तो फिर progress तो होया ही ना। ठीक है, see actually I feel Bollywood has come of age. Now is the right time for good films to be made, for good cinema to be made.
ਹੁਣ ਆਡੀਅנס ਵੀ ਬਹੁਤ ਸਮਾਰਟ ਹੋ ਗਈ ਹੈ, ਆਡੀਅנס ਵੀ ਬੜੀ ਇੰਟੈਲੀਜੈਂਟ ਹੋ ਗਈ ਹੈ। ਉਹ ਇਹ ਸਭ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਹੁਣ। ਉਹ ਸੁਪਰ ਹੀਰੋ ਵਾਲਾ concept I think has become extinct. And people look for intelligent cinema. And I'm not talking about metro. And I'm not talking of A-list cities. I'm even talking about three-tier cities. I was shooting in a very small gaon in Madhya Pradesh. And they were all aware of internet, and they were all aware of all the internet series. Ji. So, I mean, high time, and this is what progress is all about. Cinema has come of age, and ਅਸੀਂ ਜਦ ਗੱਲ ਕਰਦੇ ਹਾਂ, we talk of progress. Like I said, I was in a very small town in Madhya Pradesh. Ji. And we were shooting with people who do a lot of OTT. And they were big stars over there. People knew what I've done on OTT. Of course, they also know me from what I did in films and TV, but the younger lot knew all the younger lot. So basically, cinema has come of age. And so have the people. Now, if you make trash, it's not going to be appreciated at all. ਤੁਸੀਂ ਕਿੰਨੀ ਬਲੌਕਬਸਟਰਸ ਦੇਖੋ, ਪਿਟ ਗਈ ਹਨ। ਬਿਲਕੁਲ, ਪਰ ਆਉਣ ਵਾਲਾ ਸਮਾਂ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿ ਔਰਤਾਂ ਲਈ ਫਿਲਮ ਜਗਤ ਵਿੱਚ ਕਿਸ ਤਰ੍ਹਾਂ ਦਾ ਹੋਏਗਾ? ਪਰ ਕਿਉਂਕਿ ਹਲੇ ਵੀ ਉਹ ਸਮਾਂ ਅਸੀਂ ਨਹੀਂ ਦੇਖ ਪਾ ਰਹੇ ਕਿ ਸਿਰਫ ਔਰ ਸਿਰਫ ਵੂਮਨ ਓਰੀਐਂਟਡ ਫਿਲਮ ਜਿਹੜਾ ਹੜ ਆਉਣਾ ਚਾਹੀਦਾ, ਉਹ ਇਸ ਸਮੇਂ ਤਾਂ ਨਹੀਂ ਹੈ। ਹਲੇ ਵੀ ਰੋਮਾਂਟਿਕ ਫਿਲਮਸ ਹੈਗੀਆਂ ਜਿਹਦੇ ਵਿੱਚ ਜਿਹੜਾ ਔਰਤਾਂ ਦਾ ਕਿਰਦਾਰ ਹੁੰਦਾ ਉਹ ਬਹੁਤ ਘੱਟ ਹੁੰਦਾ। I don't think this is right. I feel ਕਿ ਹੁਣ ਜਿਹੜੇ actors, actresses ਜਿਹੜੇ so called are right there, we are characters. They are also very, very choosy and very, very aware ਕਿ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਫਿਲਮਾਂ ਚੂਜ਼ ਕਰਨੀਆਂ ਨੇ। ਤੇ everything has become very, very full of awareness. You see women as very strong subjects. And like I said, so many films now, I think ਹੁਣ ਜਿਹੜੀਆਂ ਫਿਲਮਾਂ ਬਣ ਰਹੀਆਂ ਨੇ ਉਹ more story driven ਨੇ rather than or character driven rather than hero, the cliched hero driven. So we are evolving. ਅਸੀਂ progress ਕਰ ਰਹੇ ਹਾਂ, ਔਰ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਜਲਦੀ ਜਿਹੜਾ universal film making law ਹੈ ਉਹਨੂੰ, I mean, we are right there. ਚਲੋ, ਬਹੁਤ ਵਧੀਆ ਗੱਲ ਹੈ। ਅਸੀਂ ਕਿਉਂਕਿ ਇਹ ਚਾਹੁੰਦੇ ਵੀ ਹਾਂ ਕਿ ਜਦੋਂ ਔਰਤਾਂ ਨੂੰ ਸਨਮਾਨ ਮਿਲਣਾ ਚਾਹੀਦਾ ਤਾਂ ਹਰ ਖੇਤਰ ਵਿੱਚ ਮਿਲਣਾ ਚਾਹੀਦਾ, ਹਰ ਏਰੀਆ ਵਿੱਚ ਉਹਨਾਂ ਦਾ ਸਨਮਾਨ ਹੋਣਾ ਚਾਹੀਦਾ, ਔਰ ਜਿਹੜੀ ਜੈਂਡਰ ਇਕੁਐਲਿਟੀ ਦੀ ਅਸੀਂ ਗੱਲ ਕਰਦੇ ਹਾਂ ਉਹ ਇਕੁਅਲ ਦਰਜਾ ਜ਼ਰੂਰ ਮਿਲੇ। ਇਹੀ ਸਾਡੇ ਸਾਰਿਆਂ ਦੀਆਂ ਦੁਆਵਾਂ ਨੇ, ਔਰ ਅਸੀਂ ਉਮੀਦ ਕਰਦੇ ਹਾਂ ਕਿ ਵੂਮਨ ਇੰਪਾਵਰਮੈਂਟ ਦੀ ਗੱਲ ਬਹੁਤ ਜਲਦੀ ਖਤਮ ਹੋ ਜਾਣੀ ਚਾਹੀਦੀ ਹੈ, ਤਾਂ ਜੋ ਸਾਨੂੰ ਲੱਗੇ ਕਿ ਨਹੀਂ ਅੱਜ ਵੂਮਨ ਇੰਪਾਵਰਮੈਂਟ ਦੀ ਗੱਲ ਕਰਨ ਦੀ ਲੋੜ ਹੀ ਨਹੀਂ, ਕਿਉਂਕਿ ਸਮਾਜ ਦਾ ਹਰ ਵਰਗ ਜਿਹੜਾ ਹੈਗਾ ਵੂਮਨ ਨੂੰ, ਔਰਤਾਂ ਨੂੰ ਉਨਾ ਹੀ ਸਤਿਕਾਰ, ਉਨਾ ਹੀ ਪਿਆਰ ਦੇ ਰਿਹਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਨੀਲੂ ਜੀ, ਆਈਡੀਆਸ ਫੋਰਮ ਦਾ ਖਾਸ ਹਿੱਸਾ। I'll just add one thing. ਜੀ I will just add one thing ਕਿ ਜੇ ਅਸੀਂ women empowerment ਦੀ ਗੱਲ ਕਰਨੀ ਹੈ ਨਾ, abolish ਕਰਨ ਦੀ, ਤੇ ਸਭ ਤੋਂ ਪਹਿਲਾਂ ਅਸੀਂ ਸਾਰਿਆਂ ਨੂੰ ਆਪਣੇ ਘਰ ਸੰਭਾਲਣੇ ਪੈਣਗੇ, ਆਪਣੇ thought process modern ਕਰਨੇ ਪੈਣਗੇ ਕਿ ਮਰਦ ਔਰ ਔਰਤ ਕੋਈ ਅਲੱਗ ਨਹੀਂ, they are equal. ਬਿਲਕੁਲ। So education starts at home. And ਤੁਹਾਡੇ ਮਾਧਿਅਮ ਤੋਂ ਮੈਂ ਇਹ ਕਹਿਣਾ ਚਾਹੂੰਗੀ, ਇੱਕ ਰਿਕੁਐਸਟ ਕਰਨਾ ਚਾਹੂੰਗੀ ਸਾਰਿਆਂ ਨੂੰ ਕਿ ਐਜੂਕੇਸ਼ਨ begins at home. ਪਲੀਜ਼ ਇੱਥੇ ਸ਼ੁਰੂਆਤ ਕਰ ਦਿਓ, ਹਾਲੇ ਵੀ ਦੇਰ ਨਹੀਂ ਹੋਈ। ਅਸੀਂ ਸਾਰੇ ਇਕੁਆਲਿਟੀ ਦੀ ਗੱਲ ਕਰਦੇ ਹਾਂ, ਪਰ ਸਾਰੇ ਇਸ ਤਰ੍ਹਾਂ ਕਹਿੰਦੇ ਕਿ ਇਕੁਆਲਿਟੀ ਉੱਧਰ ਅੱਛੀ ਲੱਗਦੀ ਹੈ, ਆਪਣੇ ਗੱਲ ਨਹੀਂ। ਤੇ ਸਭ ਤੋਂ ਪਹਿਲਾਂ ਜਿਹੜਾ ਕੈਮਰੇ ਦਾ ਫੋਕਸ ਹੈ ਉਹ ਸੈਲਫੀ ਮੋਡ ਤੇ ਕਰੋ, ਤੇ ਆਪਣੇ ਆਪ ਨੂੰ ਦੇਖੋ ਕਿ ਅਸੀਂ ਆਪਣੇ ਘਰ ਇਕੁਆਲਿਟੀ ਸ਼ੁਰੂ ਕੀਤੀ ਹੈ ਕਿ ਨਹੀਂ। ਬਿਲਕੁਲ ਉਹ ਤਾਂ ਹੀ ਕਹਿੰਦੇ ਕਿ ਜਦੋਂ ਤੁਸੀਂ ਕਿਸੇ ਵੱਲ ਉਂਗਲੀ ਕਰਦੇ ਹੋ ਤਾਂ ਇੱਕ ਉਂਗਲੀ ਸਿਰਫ ਉਹਦੇ ਵੱਲ ਹੁੰਦੀ ਹੈ, ਲੇਕਿਨ ਬਾਕੀ 3 ਉਂਗਲੀਆਂ ਤੁਹਾਡੇ ਵੱਲ ਵੀ ਹੁੰਦੀਆਂ, ਤਾਂ ਆਪਣੇ ਆਪ ਨੂੰ ਦੇਖਣ ਦੀ ਬੜੀ ਜ਼ਰੂਰਤ ਹੈ ਨਾ। ਸੈਲਫੀ ਮੋਡ ਤੇ ਸ਼ੁਰੂ ਕਰ, ਕੈਮਰਾ ਲਗਾਓ ਤੇ ਸ਼ੁਰੂਆਤ ਆਪਣੇ ਕਰੋ। ਬਿਲਕੁਲ, ਬਹੁਤ ਸਹੀ ਸੁਨੇਹਾ ਦਿੱਤਾ ਨੀਲੂ ਕੋਲੀ ਜੀ ਤੁਸੀਂ, ਔਰ ਬਹੁਤ ਬਹੁਤ ਸ਼ੁਕਰੀਆ ਆਈਡੀਆਸ ਫੋਰਮ ਦਾ ਖਾਸ ਹਿੱਸਾ ਬਣਨ ਦੇ ਲਈ। ਬਹੁਤ ਬਹੁਤ ਸ਼ੁਕਰੀਆ। My pleasure totally. ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।